ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰਸ ਨੇ ਰੀਮੈਕਸ ਦੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਲਈ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ। ਫੋਨ ਨੰਬਰ 9163209444। ਪੇਸ਼ ਨੇ ਚੋਣਵੀਆਂ ਖਬਰਾਂ। ਅਮਰੀਕਾ ਨਾਲ 2022 ਵਿੱਚ ਮਜ਼ਬੂਤ ਰਹੇ ਭਾਰਤ ਦੇ ਸੰਬੰਧ ਹੁਣ 2023 ਵਿੱਚ ਹਰ ਪੱਧਰ ਤੇ ਇਕੱਠੇ ਕੰਮ ਕਰਨਗੇ ਦੋਵੇਂ ਦੇਸ਼। ਅਮਰੀਕਾ ਗੰਦੇ ਕੰਟੈਂਟ ਤੇ ਡਾਟਾ ਸੁਰੱਖਿਆ ਨੂੰ ਲੈ ਕੇ ਇੰਡੀਆਨਾ ਵਿੱਚ ਵੀ ਚੀਨੀ ਐਪ ਟਿਕਟੌਕ ਤੇ ਲਗਾਈ ਪਾਬੰਦੀ। ਮਾਂ ਨੂੰ ਅੰਤਿਮ ਵਿਦਾਈ ਦੇਣ ਮਗਰੋਂ ਕੰਮ ਤੇ ਪਰਤੇ PM ਮੋਦੀ। ਬੰਗਾਲ ਵਿੱਚ ਵੰਦੇ ਭਾਰਤ ਟ੍ਰੇਨ ਨੂੰ ਦਿੱਤੀ ਹਰੀ ਝੰਡੀ। ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਦਾ ਦੇਹਾਂਤ। 3 ਵਰਲਡ ਕੱਪ ਜਿੱਤਣ ਵਾਲੇ ਸਨ ਇਕਲੌਤੇ ਖਿਡਾਰੀ। ਦਲਾਈ ਲਾਮਾ ਦੀ ਵਧੀ ਸੁਰੱਖਿਆ। ਚੀਨੀ ਮਹਿਲਾ ਕਰ ਰਹੀ ਸੀ ਜਾਸੂਸੀ। ਔਰਤ ਦਾ ਸਕੈਚ ਜਾਰੀ। ਕੋਰੋਨਾ ਨੇ ਵਧਾਈ ਚਿੰਤਾ। ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕਰ ਦਿੱਤੀ ਜਾਣਕਾਰੀ। ਝਪਕੀ ਆਉਣ ਨਾਲ ਡਿਵਾਈਡਰ ਨਾਲ ਜਾ ਟਕਰਾਈ ਸੀ ਕਾਰ। ਰਿਸ਼ਭ ਪੰਤ ਨੇ ਖੁਦ ਦੱਸਿਆ ਕਿਵੇਂ ਵਾਪਰਿਆ ਹਾਦਸਾ। ਭਾਰਤ ਜੋੜੋ ਯਾਤਰਾ ਵਿਚਾਲੇ ਕਾਂਗਰਸ ਨੂੰ ਜ਼ੋਰਦਾਰ ਝਟਕਾ। ਇਕੱਠੇ 52 ਨੇਤਾਵਾਂ ਨੇ ਦਿੱਤਾ ਅਸਤੀਫਾ। ਆਪ ਦੇ ਰਾਜ ਵਿੱਚ ਪੰਜਾਬ ਵਾਸੀ ਅਸੁਰੱਖਿਅਤ। ਪੰਜਾਬ ਦੇ ਕਿਸਾਨਾਂ ਤੇ ਹੋਰਨਾਂ ਕੋਲੋਂ 700 ਕਰੋੜ ਨਹਿਰੀ ਪਾਣੀ ਦੇ ਖਰਚੇ ਵਸੂਲੇ ਜਾਣੇ ਬਾਕੀ। ਪਾਣੀ ਦੇ ਅੰਦਰ ਬਣੀ ਭਾਰਤ ਦੀ ਪਹਿਲੀ ਸੁਰੰਗ। ਮੈਟਰੋ ਯਾਤਰੀਆਂ ਲਈ ਅਦਭੁਤ ਹੋਵੇਗਾ ਅਨੁਭਵ। ਹੁਣ ਖਬਰਾਂ ਵਿਸਥਾਰ ਦੇ ਵਿੱਚ। 2022 ਭਾਰਤ ਅਮਰੀਕਾ ਦੇ ਸਬੰਧਾਂ ਦੇ ਲਿਹਾਜ਼ ਨਾਲ ਬਹੁਤ ਚੰਗਾ ਅਤੇ ਜ਼ਿਕਰਯੋਗ ਸਾਲ ਰਿਹਾ ਹੈ। ਦੋਵਾਂ ਦੇਸ਼ਾਂ ਦੇ ਚੋਟੀ ਦੇ ਡਿਪਲੋਮੈਟਾਂ ਮਾਹਰਾਂ ਦੀ ਮੰਨੀਏ ਤਾਂ ਆਉਣ ਵਾਲਾ ਸਾਲ 2023 ਵਿੱਚ ਭਾਰਤ ਅਤੇ ਅਮਰੀਕਾ ਲਈ ਬਹੁਤ ਅਹਿਮ ਹੋਵੇਗਾ, ਕਿਉਂਕਿ ਦੋਵੇਂ ਦੇਸ਼ ਫਿਰ ਤੋਂ ਹਰ ਪੱਧਰ ਤੇ ਇਕੱਠੇ ਕੰਮ ਕਰਨ ਨੂੰ ਤਿਆਰ ਨੇ। ਬੀਤ ਰਹੇ ਸਾਲ ਤੇ ਨਜ਼ਰ ਮਾਰੀਏ ਤਾਂ ਇਸ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ 2 ਵਾਰ ਮੁਲਾਕਾਤ ਹੋਈ ਅਤੇ ਦੋਵਾਂ ਵਿੱਚ ਚੰਗਾ ਤਾਲਮੇਲ ਨਜ਼ਰ ਆਇਆ। ਦੋਵਾਂ ਰਾਜ ਮੁਖੀਆਂ ਦੀ ਪਹਿਲੀ ਮੁਲਾਕਾਤ ਟੋਕੀਓ ਦੇ ਕਵਾਡ ਸਿਖਰ ਸੰਮੇਲਨ ਵਿੱਚ ਹੋਈ ਤਾਂ ਦੂਸਰੀ ਮੁਲਾਕਾਤ ਇੰਡੋਨੇਸ਼ੀਆ ਦੀ ਰਾਜਧਾਨੀ ਬਾਲੀ ਵਿੱਚ G20 ਸਿਖਰ ਸੰਮੇਲਨ ਵਿੱਚ। ਇਸੇ ਸਾਲ ਦੇਸ਼ ਦੇ ਵਿਦੇਸ਼ ਮੰਤਰੀ ਡਾਕਟਰ S ਜੈਸ਼ੰਕਰ ਨੇ ਸਤੰਬਰ ਵਿੱਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ ਸੀ ਅਤੇ ਭਾਰਤ ਅਮਰੀਕਾ ਸਬੰਧਾਂ ਦੇ ਸਾਰੇ ਪਹਿਲੂਆਂ ਅਤੇ ਅੱਗੇ ਦੀ ਰਾਹ ਤੇ ਬਹੁਤ ਰਚਨਾਤਮਕ ਚਰਚਾ ਕੀਤੀ ਸੀ। ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ 2022 ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਬਾਈਡਨ ਵੱਲੋਂ ਨਿਰਧਾਰਿਤ ਦਿਸ਼ਾ ਅਤੇ ਦ੍ਰਿਸ਼ਟੀ ਵਿੱਚ ਭਾਰਤ ਅਮਰੀਕਾ ਦੋਪੱਖੀ ਸਾਂਝੇਦਾਰੀ ਹੋਰ ਮਜ਼ਬੂਤ ਹੋਈ ਹੈ। ਇਸ ਸਾਲ ਭਾਰਤ ਅਤੇ ਅਮਰੀਕਾ ਦੇ ਡਿਪਲੋਮੈਟ ਕਈ ਮੁੱਦਿਆਂ ਅਤੇ ਮੰਚ ਤੇ ਵੀ ਇੱਕ ਦੂਸਰੇ ਨੂੰ ਮਿਲੇ ਅਤੇ ਹਾਂ ਪੱਕੀ ਚਰਚਾ ਕਰਦੇ ਨਜ਼ਰ ਆਏ। ਫਿਰ ਭਾਵੇਂ ਉਹ ਟੋਕੀਓ ਵਿੱਚ ਦੋਪੱਖੀ ਕੁਆਡ ਦੇ ਮੁੱਦੇ ਤੇ ਗੱਲਬਾਤ ਹੋਵੇ ਜਾਂ ਵਾਸ਼ਿੰਗਟਨ ਵਿੱਚ ਦੋਨੋਂ ਦੇਸ਼ਾਂ ਵਿਚਾਲੇ 2+2 ਮੰਤਰੀ ਪੱਧਰੀ ਦੀ ਮੀਟਿੰਗ ਹੋਵੇ। ਆਰਥਿਕ ਮੋਰਚੇ ਤੇ ਦੋਨੋਂ ਦੇਸ਼ਾਂ ਨੇ ਪੁਰਾਣੇ ਬਾਜ਼ਾਰ ਮੁੱਦਿਆਂ ਦਾ ਬੈਠ ਕੇ ਹੱਲ ਕੱਢਿਆ। ਇਸ ਸਾਲ ਹੀ ਭਾਰਤ ਵਿੱਚ ਪਹਿਲੀ ਵਾਰ ਅਮਰੀਕੀ ਸਮੁੰਦਰੀ ਫੌਜ ਦੇ ਜਹਾਜ਼ ਨੂੰ ਭਾਰਤ ਨੇ ਰਿਪੇਅਰ ਕੀਤਾ ਅਤੇ ਹੋਰ ਵੀ ਬਹੁਤ ਸਾਰੇ ਮੁੱਦਿਆਂ ਤੇ ਦੋਨੋਂ ਦੇਸ਼ਾਂ ਵਿਚਾਲੇ ਗੂੜਾ ਤਾਲਮੇਲ ਦੇਖਿਆ ਗਿਆ। ਵਿਦੇਸ਼ੀ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕਿ ਸਾਡੇ ਰਣਨੀਤਕ ਸੰਬੰਧ ਬਹੁਤ ਗੂੜੇ ਹੋਏ ਨੇ। ਦੋਨੋਂ ਦੇਸ਼ਾਂ ਨੇ ਇੰਡੋ ਪੈਸੀਫਿਕ ਇਕਨੋਮਿਕ ਫਰੇਮਵਰਕ IPEF ਵਰਗੀ ਨਵੀਂ ਪਹਿਲ ਸ਼ੁਰੂ ਕੀਤੀ ਤਾਂ ਉੱਥੇ I2U2 ਨੂੰ ਮਜ਼ਬੂਤ ਕੀਤਾ ਗਿਆ। ਦੱਖਣੀ ਤੇ ਮੱਧ ਏਸ਼ੀਆ ਦੇ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਨੇ ਦੋਪੱਖੀ ਸਬੰਧਾਂ ਤੇ ਰਾਜਦੂਤ ਸੰਧੂ ਦੇ ਵਿਚਾਰ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਭਾਰਤ ਅਮਰੀਕਾ ਸੰਬੰਧ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਬਿਹਤਰ ਸਬੰਧਾਂ ਵਿੱਚੋਂ ਇੱਕ ਨੇ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ US ਦੇ ਰਿਸ਼ਤੇ ਤੈਅ ਕਰਨਗੇ ਕਿ ਏਸ਼ੀਆ ਆਜ਼ਾਦ ਅਤੇ ਲੋਕਤਾਂਤਰਿਕ ਰਹੇਗਾ ਜਾਂ ਨਹੀਂ। ਲੂ ਨੇ ਕਿਹਾ ਕਿ ਇਹ ਸਾਡੇ ਸਬੰਧਾਂ ਲਈ ਜ਼ਿਕਰਯੋਗ ਤੇ ਇਤਿਹਾਸਿਕ ਸਾਲ ਰਿਹਾ। ਉਹਨਾਂ ਨੇ ਕਿਹਾ ਕਿ COVID-19 ਰੋਕਣ ਲਈ ਦੋਵਾਂ ਦੇਸ਼ਾਂ ਨੇ ਸਫਲਤਾਪੂਰਵਕ ਕੰਮ ਕੀਤਾ। ਸਾਲ 2022 ਦੇ ਬਿਹਤਰੀਨ ਤਾਲਮੇਲ ਤੋਂ ਬਾਅਦ 2023 ਵਿੱਚ ਭਾਰਤ ਅਮਰੀਕਾ ਸਬੰਧ ਕਿਸੇ ਥਾਂ ਤੇ ਹੋਣਗੇ। ਇਸ ਬਾਰੇ ਚਰਚਾ ਕਰਦੇ ਹੋਏ ਲੂ ਨੇ ਕਿਹਾ ਕਿ ਭਾਰਤ ਨੂੰ ਪਹਿਲੀ ਵਾਰ G20 ਦੀ ਪ੍ਰਧਾਨਗੀ ਮਿਲੀ ਹੈ ਅਤੇ USA ਇਸ ਅਹਿਮ ਜ਼ਿੰਮੇਵਾਰੀ ਦੇ ਸਮਰਥਨ ਵਿੱਚ ਭਾਰਤ ਸਰਕਾਰ ਨਾਲ ਸਾਰੇ ਪੱਧਰਾਂ ਤੇ ਮਿਲ ਕੇ ਕੰਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਦੱਖਣੀ ਅਤੇ ਮੱਧ ਏਸ਼ੀਆ ਦੇ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਨੇ ਕਿਹਾ ਕਿ ਨਵੇਂ ਸਾਲ ਵਿੱਚ ਅਸੀਂ ਰੱਖਿਆ ਅਤੇ ਸਵੱਛ ਊਰਜਾ ਦੇ ਖੇਤਰ ਵਿੱਚ ਬਰਾਬਰ ਸਹਿਯੋਗ ਨਾਲ ਜ਼ੋਰ ਦੇਣ ਦਾ
ਫੈਸਲਾ ਲਿਆ ਹੈ। ਹੁਣ ਮਸ਼ਹੂਰ ਚੀਨੀ ਸੋਸ਼ਲ ਮੀਡੀਆ ਐਪ ਟਿਕਟੌਕ ਨੂੰ ਇੰਡੀਆਨਾ ਵਿੱਚ ਵੀ ਬੈਨ ਕਰ ਦਿੱਤਾ ਗਿਆ ਹੈ। ਤਕਨੀਕੀ ਵਿਭਾਗ ਦੇ ਬੁਲਾਰੇ ਗ੍ਰੈਗ ਲੈਪਸਨ ਨੇ ਵੀਰਵਾਰ ਨੂੰ ਕਿਹਾ ਕਿ ਟਿਕਟੌਕ ਨੂੰ 7 ਦਸੰਬਰ ਤੋਂ ਉਹਨਾਂ ਦੇ ਦੇਸ਼ ਦੇ ਸਿਸਟਮ ਅਤੇ ਡਿਵਾਈਸਾਂ ਵਿੱਚ ਇਸਤੇਮਾਲ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਐਪ ਤੇ ਪਾਬੰਦੀ ਨੂੰ ਬਰਕਰਾਰ ਰੱਖਣ ਲਈ ਲਗਾਤਾਰ ਆਪਣੇ ਸਿਸਟਮ ਦੀ ਜਾਂਚ ਕਰ ਰਹੀ ਹੈ। ਟਿਕਟੌਕ ਤੇ ਇੰਡੀਆਨਾ ਦੇ ਅਟਾਰਨੀ ਜਨਰਲ ਟੌਡ ਰੌਕਿਤਾ ਨੇ ਮੁਕੱਦਮਾ ਕੀਤਾ ਸੀ। ਆਪਣੀ ਸ਼ਿਕਾਇਤ ਵਿੱਚ ਉਸ ਨੇ ਕਿਹਾ ਕਿ ਇਹ ਵੀਡੀਓ ਸ਼ੇਅਰਿੰਗ ਪਲੇਟਫਾਰਮ ਆਪਣੇ ਯੂਜ਼ਰਸ ਨੂੰ ਅਣਉਚਿਤ ਸਮੱਗਰੀ ਅਤੇ ਖਪਤਕਾਰਾਂ ਦੀ ਜਾਣਕਾਰੀ ਦੀ ਸੁਰੱਖਿਆ ਬਾਰੇ ਗੁੰਮਰਾਹ ਕਰਦਾ ਹੈ, ਖਾਸ ਕਰਕੇ ਬੱਚੇ ਤੇ ਇਸ ਦਾ ਸ਼ਿਕਾਰ ਹੁੰਦੇ ਨੇ। ਉਸ ਨੇ ਅੱਗੇ ਕਿਹਾ ਕਿ ਸੋਸ਼ਲ ਵੀਡੀਓ ਐਪ ਦੇ ਅਨੁਸਾਰ ਇਹ 13 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯੂਜ਼ਰਸ ਲਈ ਸੁਰੱਖਿਅਤ ਹੈ, ਪਰ ਇਸ ਵਿੱਚ ਹਮੇਸ਼ਾ ਦਿਨ ਰਾਤ ਨੌਜਵਾਨ ਯੂਜ਼ਰਸ ਲਈ ਅਸੀਮਤ ਗੰਦੇ ਕੰਟੈਂਟ ਉਪਲਬਧ ਹੁੰਦੇ ਨੇ। ਅਜਿਹਾ ਕਰਕੇ ਟਿਕਟੌਕ ਅਮਰੀਕੀ ਯੂਜ਼ਰਸ ਤੋਂ ਅਰਬਾਂ ਰੁਪਏ ਆਪਣੀ ਜੇਬ ਵਿੱਚ ਭਰਦਾ ਹੈ। ਇਸ ਦੇ ਨਾਲ ਹੀ ਇੱਕ ਔਰਤ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਐਪ ਵਿੱਚ ਯੂਜ਼ਰ ਦੀ ਸੰਵੇਦਨਸ਼ੀਲ ਅਤੇ ਨਿੱਜੀ ਜਾਣਕਾਰੀ ਹੁੰਦੀ ਹੈ, ਪਰ ਕੰਪਨੀ ਯੂਜ਼ਰ ਨੂੰ ਗਲਤ ਜਾਣਕਾਰੀ ਦਿੰਦੀ ਹੈ ਕਿ ਉਹਨਾਂ ਦੀ ਜਾਣਕਾਰੀ ਸੁਰੱਖਿਅਤ ਹੈ। ਦੱਸ ਦਈਏ ਕਿ ਟਿਕਟੌਕ ਦੀ ਮਲਕੀਅਤ ਚੀਨ ਦੀ ਕੰਪਨੀ ਬਾਈਟਡੈਂਸ ਕੋਲ ਹੈ। ਇਸ ਨੇ 2020 ਵਿੱਚ ਆਪਣਾ ਹੈੱਡਕੁਆਰਟਰ ਸਿੰਗਾਪੁਰ ਵਿੱਚ ਤਬਦੀਲ ਕਰ ਦਿੱਤਾ। ਅਮਰੀਕਾ ਵਿੱਚ ਇਸ ਐਪ ਨੂੰ ਰਿਪਬਲਿਕਾਂ ਦੁਆਰਾ ਰੋਜ਼ਾਨਾ ਆਧਾਰ ਤੇ ਨਿਸ਼ਾਨਾ ਬਣਾਇਆ ਜਾਂਦਾ ਹੈ। ਉਸ ਦਾ ਕਹਿਣਾ ਹੈ ਕਿ ਚੀਨੀ ਸਰਕਾਰ ਇਸ ਐਪ ਰਾਹੀਂ ਬਰਾਊਜ਼ਿੰਗ ਹਿਸਟਰੀ ਅਤੇ ਯੂਜ਼ਰਸ ਦੀ ਲੋਕੇਸ਼ਨ ਵਰਗੇ ਡਾਟਾ ਤੱਕ ਪਹੁੰਚ ਕਰ ਸਕਦੀ ਹੈ। ਅਮਰੀਕੀ ਆਰਮਡ ਫੋਰਸਿਸ ਨੇ ਵੀ ਸੁਰੱਖਿਆ ਦੇ ਮੱਦੇਨਜ਼ਰ ਐਪ ਤੇ ਪਾਬੰਦੀ ਲਗਾ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਨੂੰ 7,600 ਕਰੋੜ ਰੁਪਏ ਦੀਆਂ ਯੋਜਨਾਵਾਂ ਦੀ ਸੌਗਾਤ ਦਿੱਤੀ। ਉਹਨਾਂ ਨੇ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦਿਖਾਈ। ਪੀਐਮ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ, ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਤੇ ਹੋਰ ਨੇਤਾ ਹਾਵੜਾ ਵਿੱਚ ਪ੍ਰੋਗਰਾਮ ਵਿੱਚ ਮੌਜੂਦ ਰਹੇ। ਪੀਐਮ ਮੋਦੀ ਲਈ ਅੱਜ ਦਾ ਦਿਨ ਬਹੁਤ ਦੁਖਦ ਰਿਹਾ ਕਿਉਂਕਿ ਸ਼ੁੱਕਰਵਾਰ ਨੂੰ ਹੀ ਅਹਿਮਦਾਬਾਦ ਵਿੱਚ ਉਹਨਾਂ ਦੀ ਮਾਂ ਹੀਰਾਬਾ ਦਾ ਦੇਹਾਂਤ ਹੋ ਗਿਆ। ਪੀਐਮ ਮੋਦੀ ਨੇ ਗਾਂਧੀ ਨਗਰ ਪਹੁੰਚ ਕੇ ਮਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਤੇ ਇਸ ਤੋਂ ਬਾਅਦ ਤੈਅ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਏ। ਇਸ ਪ੍ਰੋਗਰਾਮ ਵਿੱਚ ਸ਼ਾਮਿਲ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੀਐਮ ਦੀ ਮਾਂ ਹੀਰਾਬਾ ਦੇ ਦੇਹਾਂਤ ਤੇ ਦੁੱਖ ਜਤਾਇਆ। ਮਮਤਾ ਨੇ ਕਿਹਾ ਕਿ ਮੇਰੀ ਹਮਦਰਦੀ ਤੁਹਾਡੇ ਨਾਲ ਹੈ। ਦੁੱਖ ਦੀ ਘੜੀ ਵਿੱਚ ਅਸੀਂ ਸਭ ਤੁਹਾਡੇ ਨਾਲ ਹਾਂ। ਮਾਂ ਤੋਂ ਵੱਧ ਕੇ ਕੁਝ ਹੋਰ ਨਹੀਂ ਹੋ ਸਕਦਾ। ਮਮਤਾ ਬੈਨਰਜੀ ਨੇ ਪੀਐਮ ਮੋਦੀ ਨੂੰ ਪ੍ਰੋਗਰਾਮ ਨੂੰ ਛੋਟਾ ਕਰਨ ਦੀ ਅਪੀਲ ਕੀਤੀ। ਮਮਤਾ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਤੁਸੀਂ ਕਿਸ ਦੁੱਖ ਨੂੰ ਝੇਲ ਰਹੇ ਹੋ। ਤੁਸੀਂ ਆਪਣੀ ਮਾਂ ਨੂੰ ਗਵਾਇਆ ਹੈ। ਤੁਸੀਂ ਹਾਲੇ ਹੀ ਉਹਨਾਂ ਦੇ ਅੰਤਿਮ ਸੰਸਕਾਰ ਤੋਂ ਪਰਤੇ ਹੋ। ਅਜਿਹੇ ਵਿੱਚ ਤੁਸੀਂ ਪ੍ਰੋਗਰਾਮ ਨੂੰ ਛੋਟਾ ਕਰਕੇ ਆਰਾਮ ਕਰੋ। ਦੱਸ ਦਈਏ ਕਿ ਪ੍ਰਧਾਨ ਮੰਤਰੀ 990 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਰਾਸ਼ਟਰੀ ਸਵੱਛ ਗੰਗਾ ਮਿਸ਼ਨ ਦੇ ਤਹਿਤ 7 ਸੀਵਰੇਜ ਬੁਨਿਆਦੀ ਢਾਂਚਾ ਪਰਿਯੋਜਨਾ ਦਾ ਉਦਘਾਟਨ ਕਰਨਗੇ। ਇਹ ਪ੍ਰੋਜੈਕਟ ਪੱਛਮੀ ਬੰਗਾਲ ਵਿੱਚ 200 MLD ਤੋਂ ਵੱਧ ਦੀ ਸੀਵਰੇਜ ਟ੍ਰੀਟਮੈਂਟ ਕੈਪੈਸਿਟੀ ਨੂੰ ਵਧਾਏਗਾ। ਇਸ ਤੋਂ ਇਲਾਵਾ 1585 ਕਰੋੜ ਰੁਪਏ ਦੀ ਲਾਗਤ ਨਾਲ ਰਾਸ਼ਟਰੀ ਸਵੱਛ ਗੰਗਾ ਮਿਸ਼ਨ ਦੇ ਤਹਿਤ ਵਿਕਸਿਤ ਕੀਤੇ ਜਾਣ ਵਾਲੇ 5 ਸੀਵਰੇਜ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬੇਨ ਦਾ ਅੱਜ ਦੇਹਾਂਤ ਹੋ ਗਿਆ। ਉਹਨਾਂ ਨੇ UN ਮਹਿਤਾ ਇੰਸਟੀਚਿਊਟ ਆਫ ਕਾਰਡੀਓਲੋਜੀ ਐਂਡ ਰਿਸਰਚ ਸੈਂਟਰ ਅਹਿਮਦਾਬਾਦ ਵਿੱਚ ਅੱਜ ਸਵੇਰੇ ਆਖਰੀ ਸਾਹ ਲਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੇ ਦੇਹਾਂਤ ਤੇ ਦੁੱਖ ਪ੍ਰਗਟਾਇਆ ਗਿਆ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਜੀ ਦੇ ਦੇਹਾਂਤ ਦੀ ਦੁਖਦ ਖਬਰ ਮਿਲੀ। ਇੱਕ ਮਾਂ ਦਾ ਜ਼ਿੰਦਗੀ ਤੋਂ ਜਾਣਾ ਜੀਵਨ ਦੀ ਸਭ ਤੋਂ ਵੱਡੀ ਨਾ ਪੂਰੀ ਹੋਣ ਵਾਲੀ ਕਮੀ ਹੈ। ਦੁੱਖ ਦੀ ਇਸ ਘੜੀ ਵਿੱਚ ਪ੍ਰਧਾਨ ਮੰਤਰੀ ਜੀ ਤੇ ਉਹਨਾਂ ਦੇ ਪੂਰੇ ਪਰਿਵਾਰ ਪ੍ਰਤੀ ਮੈਂ ਹਮਦਰਦੀ ਪ੍ਰਗਟ ਕਰਦਾ। ਭਗਵਾਨ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਨੂੰ ਸ਼ਰਧਾਂਜਲੀ ਦਿੱਤੀ। ਟਵੀਟ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੀਰਾਬੇਨ ਨੇ ਦੇਹਾਂਤ ਦੀ ਦੁਖਦਾਈ ਖਬਰ ਮਿਲੀ। ਮਾਂ ਦਾ ਜ਼ਿੰਦਗੀ ਵਿੱਚੋਂ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਕੱਟ ਹੈ। ਦੁੱਖ ਦੀ ਇਸ ਘੜੀ ਵਿੱਚ ਮੇਰੀਆਂ ਦੁਆਵਾਂ ਮੋਦੀ ਜੀ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਨੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੇ ਦੇਹਾਂਤ ਤੇ ਸੋਗ ਪ੍ਰਗਟ ਕੀਤਾ ਤੇ ਟਵੀਟ ਕਰਦਿਆਂ ਕਿਹਾ ਕਿ ਮੇਰੀ ਪੀਐਮ ਮੋਦੀ ਨਾਲ ਦਿਲੀ ਹਮਦਰਦੀ ਹੈ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਟਵੀਟ ਕਰਦਿਆਂ ਕਿਹਾ ਕਿ ਈਸ਼ਵਰ ਦੀ ਰਚਨਾ ਇਸ ਸੰਸਾਰ ਵਿੱਚ ਮਾਂ ਤੇ ਪੁੱਤਰ ਦੇ ਬੰਧਨ ਤੋਂ ਅਨਮੋਲ ਕੁਝ ਵੀ ਨਹੀਂ ਹੈ। ਮਾਂ ਦਾ ਦੇਹਾਂਤ ਪੁੱਤਰ ਲਈ ਅਸਹਿਣਯੋਗ ਤੇ ਨਾ ਪੂਰਾ ਹੋਣ ਵਾਲਾ ਕੱਟ ਹੈ।
त्याग ते तपस्या का प्रेरक जीवन जीवन वाले प्रधानमंत्री नरेंद्र मोदी जी की पूजनिक मां हीराबेन नूं दिली श्रद्धांजलि। पंजाब कांग्रेस प्रधान अमरिंदर सिंह राजा वड़िंग ने अफसोस प्रगट किया ते ट्वीट करदिआं कहा कि श्री नरेंद्र मोदी जी की माता जी के देहांत ते मेरी तय दिलों संवेदना है। असीं इस दुख अते घाटे की घड़ी विच प्रधानमंत्री दे नाल खड़े हां, उन्हां दी आत्मा नूं शांति मिले। दस दईए कि प्रधानमंत्री नरेंद्र मोदी की माता जी अहमदाबाद के हस्पताल में दाखिल सन, जिथे उन्होंने अज सवेरे 3:30 बजे अंतिम साह लए। प्रधानमंत्री ने ट्वीट करके अपनी माता जी को श्रद्धांजलि देंदे हुए लिखिया, शानदार शताब्दी का ईश्वर के चरणों में अंत होया। मां विच मैं हमेशा त्रिमूर्ति का एहसास किया है, जिस विच एक तपस्वी की यात्रा, निष्काम कर्मयोगी का चिन्ह अते मुल्लां लई वचनबद्ध जीवन शामिल रहा है। ब्राजील के महान फुटबॉलर पेले का देहांत हो गया। वो 82 साल के सन। इंस्टाग्राम पर उन्होंने धी केली नेस्मेंटो ने उन्होंने देहांत की पुष्टि की थी। पेले कैलोन कैंसर नाल जूझ रहे सन। उन्होंने कीमोथैरेपी ट्रीटमेंट का जवाब देना भी बंद कर दिता सी। पेले ने हुणे ਜਿਹੇ हस्पताल में भर्ती कराया गया, जिथे पता लगा कि उन्होंने रेस्पिरेटरी इन्फेक्शन भी है। पेले फुटबॉल के महान खिडारी मन्ने जाते सन ते 3 बार के विश्व कप जेतू रह चुके हैं। बेटी केली नेस्मेंटो ने इंस्टाग्राम पर लिखिया, असी जो कुछ भी हाँ तुहाडी बदौलत हाँ, असी तुहानू बहुत प्यार करते हैं। रेस्ट इन पीस। ब्राजील के मिन्स गेरास विच जन्मे फुटबॉलर अजे भी सेलेकाओ लई सब तो वध गोल करने वाले खिडारी ने। उन्होंने 92 मैचों में 77 गोल किए। एक पेशेवर फुटबॉलर वजों पेले ने कुल 3 बार फीफा विश्व कप 1958, 1962, 1970 जितया, जो अजे भी एक व्यक्तिगत फुटबॉल लई एक रिकॉर्ड है। पेले का असली नाम एडसन अरांतेस डो नेसिमेंटो सी, पर वो पेले के नाम तो मशहूर सन। उन्होंने जन्म 23 अक्टूबर 1940 ਨੂੰ ब्राजील के ट्रेस कोराकोएस विच होया सी। फीफा वालों उन्होंने दी ग्रेटेस्ट का सिरलेख भी मिलिया। पेले ने 3 विआह किए, उन्होंने 7 बच्चे ने। 82 साल की उम्र में पेले ने कोलन कैंसर के बाद आखिरी साह लए। इसकी काफ़ी समय तो कीमोथैरेपी भी चल रही सी। पेले ने 29 नवंबर को साह लैण में तकलीफ होने ते साओ पोलो के हस्पताल में भर्ती करवाया गया। उन्होंने कीमोथैरेपी का जवाब देना बंद कर दिता सी। पेले नूं पिछले साल सितंबर में उन्होंने कोलन तो ट्यूमर हटा दिता गया सी। उदों तो वो रेगुलर हस्पताल में इलाज करवा रहे सन। पेले ने अपने कैरियर में काफ़ी समय तक ब्राजीलियाई क्लब सांतोस की अगवाई की। इस क्लब लई उन्होंने 659 मैचों में 643 गोल किए। अपने फुटबॉल कैरियर के आखिरी 2 सालों में पेले ने USA विच न्यूयॉर्क विच कासमॉस लई खेडिया। पेले ने 6 मौक़िਆਂ 1961, 1962, 1963, 1964, 1965 ते 1968 विच ब्राजीलियाई लीग खिताब जितया ते 1962 ते 1963 विच 2 बार कोपा लिबर्टाडोरेस खिताब जितया। वो सेंटोस के गोल्डन एरा के मुख्य खिडारियों विचों एक रहे अते उन्होंने 1962 ते 1963 विच 2 इंटरकॉन्टिनेंटल कप खिताब तक पहुँच के एक कामयाबी हासिल की थी। 2 मौक़िਆਂ ते फाइनल विच सेंटोस ने पुर्तगाली क्लब बेनफिका नूं हराया। अपने एक इंस्टाग्राम पोस्ट विच पेले ने अपने प्रशंसकों नूं शुभकामना संदेश लई धन्यवाद कीता सी। उन्होंने लिखिया सी, दोस्तों मैं हस्पताल विच अपना रेगुलर चैकअप करवाने लई आया। इस तरह सकारात्मक संदेश पा के चंगा लगता है। इसलिए धन्यवाद ते उन्हां सारियां दा भी धन्यवाद जो मैनूं चंगा संदेश भेजदे ने। अपने आखिरी इंस्टाग्राम पोस्ट विच पेले ने अर्जेंटीना की टीम नूं फीफा वर्ल्ड कप जितने ते बधाई दी सी। नाल ही लियोनल मैसी दा भी जिक्र किया सी। पेले ने लिखिया सी, फुटबॉल ने अज फिर अपनी कहानी दिलचस्प तरीके नाल बयान की। मेसी ने अपने पहला विश्व कप जितया जिसदे वो हकदार सन। एबाम्पे ने फाइनल विच 4 गोल किए। फुटबॉल के शानदार भविख लई ये मैच देखना किसी तोहफे तो घट नहीं सी। बधाई अर्जेंटीन। निश्चित तौर पर हुण डिएगो मुस्कुरा रहे होंगे। भगवान बुद्ध के ज्ञान की धरती बोध गया विच दलाई लामा के आउण नाल एक चीनी औरत ने भी कदम रखा। पुलिस नूं शक है कि औरत चीनी जासूस है अते इत्थे दलाई लामा बारे जानकारी इकट्ठी कर रही है। इस शक के आधार पर पुलिस ने औरत की भाल शुरू कर दी। दलाई लामा की यात्रा नूं लैके सुरक्षा भी वधा दी गई है। पुलिस ने औरत का स्कैच जारी किया है। जानकारी अनुसार ये औरत 2 महीनों तो बोध गया विच रह रही सी। गया पुलिस ने दस्सिया कि उन्होंने गया विच रहने वाली एक चीनी औरत बारे सूचना मिली सी। उसनूं पिछले 2 सालों तो इस औरत बारे जानकारी मिल रही सी। इस संबंधी अलर्ट जारी किया गया। सुरक्षा एजेंसियां औरत की भाल कर रही ने।
ਡੀਐਸਪੀ ਅਜੇ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੀਨੀਅਰ ਅਧਿਕਾਰੀਆਂ ਤੋਂ ਔਰਤ ਦੀ ਭਾਲ ਦੇ ਆਦੇਸ਼ ਮਿਲ ਗਏ ਨੇ। ਔਰਤ ਖਤਰਨਾਕ ਹੈ ਜਾਂ ਨਹੀਂ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਗया ਦੇ ਐਸਐਸਪੀ ਨੇ ਕਿਹਾ ਕਿ ਚੀਨੀ ਔਰਤ ਦੇ ਬੱਸ ਵਿੱਚ ਓਵਰਸ ਸਟੇ ਹੋਣ ਬਾਰੇ ਜਾਣਕਾਰੀ ਮਿਲੀ ਹੈ। ਇਨਪੁਟ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬੋਧੀ ਗੁਰੂ ਦਲਾਈ ਲਾਮਾ ਦੇ ਨਿਵਾਸ ਅਤੇ ਮਹਾਬੋਧੀ ਮੰਦਿਰ ਦੀ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ। ਦਲਾਈ ਲਾਮਾ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਪੂਰੀ ਜਾਂਚ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਹੈ। ਚੀਨੀ ਔਰਤ ਦੀ ਭਾਲ ਲਈ ਉਸ ਦਾ ਸਕੈਚ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਸ਼ੱਕੀ ਚੀਨੀ ਔਰਤ ਦਾ ਨਾਮ ਸੌਂਗ ਜਿਆਲੋਨ ਹੈ। ਉਸ ਦਾ ਵੀਜ਼ਾ ਨੰਬਰ 901BAA2J ਹੈ। पीपी नंबर है EH2722976। औरत ने सन्यासी का रूप धार लिया। उसके सिर ते बहुत छोटे वाल ने अते वो पतली है। सूत्रों मुताबिक पुलिस और खुफिया विभाग स्थानक लोगों की मदद लै रहा है। इस दे नाल ही लोगों को किसी भी तरह की सूचना मिलन ते पुलिस को सूचित करने की अपील की गई है, जिस तो बाद तुरंत कार्रवाई की जाएगी। चीन विच वध रहे कोरोना के मामलों को देखते हुए भारत सरकार भी अलर्ट ते है। कोरोना के खतरे के विचकार केंद्र सरकार ने वड्डा फैसला लिया है। इस दौरान भारत सरकार ने नवे साल तो चीन और 5 होर थावां तो आने वाले यात्रियों लिए नकारात्मक RT-PCR रिपोर्टां नूं लाजमी कर दिता है। इस संबंधी सेहत मंत्री मनसुख मांडविया वालों ट्वीट करके जानकारी साझी की गई है। दस दईए कि सेहत मंत्री मनसुख मांडविया ने ट्वीट करके कहा 1 जनवरी 2023 तो चीन, हांगकांग, जापान, दक्षिणी कोरिया, सिंगापुर और थाईलैंड तो आने वाले यात्रियों लिए RT-PCR टेस्ट लाजमी कर दिता गया है। उन्होंने यात्रा तो पहला एयर सुविधा पोर्टल से अपनी रिपोर्ट अपलोड करनी पवेगी। इस संबंधी केंद्रीय सेहत मंत्री मनसुख मांडविया वीरवार को दिल्ली के हवाई अड्डे का दौरा करेंगे। उत्थे टेस्टिंग और स्क्रीनिंग सहूलतों का जायजा लेंगे। इस दे नाल ही सूत्रों अनुसार पिछले 2 दिनों में विदेशों तो आए 6000 यात्रियों का कोरोना टेस्ट किया गया सी, जिन्हां विचों 29 कोरोना वायरस नाल संक्रमित पाए गए सन अते उन्हां नूं आइसोलेट कर दिता गया सी। टीम इंडिया के स्टार विकेटकीपर खिडारी ऋषभ पंत की कार दिल्ली देहरादून राजमार्ग से हादसे का शिकार हो गई। हादसे में पंत बुरी तरह जख्मी हो गए। कार सड़ के सुआह हो गई। समा रहिंदियां पंत कार विचों बाहर निकले तो उत्थे मौजूद लोगों ने उन्होंने तुरंत हस्पताल पहुंचाया, जिस दे बाद उन्होंने देहरादून रैफर कर दिता गया। पंत के कार एक्सीडेंट का पूरा वीडियो सामने आ गया है तो खुद पंत ने भी दस्सिया कि हादसा किवें वापरिया। हस्पताल पहुंचने के बाद पंत ने दस्सिया कि वो दिल्ली तो रुड़की अपने घर जा रहे सन। वो खुद कार चला रहे सन। वो रुड़की के गुरुकुल नॉर्सन तो लंघ रहे सन ते कार पहुंचने वाले सन। उदों उन्होंने झपकी लै लई ते कार डिवाइडर नाल जा टकराई। इस तो पहला कि कार विच अग लगदी पंत ने विंड स्क्रीन का शीशा तोड़िया ते बाहर निकले। उन्होंने कार तो बाहर निकलते ही कार अग के गोले विच बदल गई। स्थानक लोगों ने पंत नूं रुड़की के सिविल हस्पताल पहुंचाया, जिथे मुढ़ली इलाज के बाद उन्होंने देहरादून के मैक्स हॉस्पिटल विच रैफर कर दिता गया। उन्होंने सिर, हथ, पैर ते पिठ विच सट लगी है। हस्पताल विच आर्थोपैडिक सर्जन डॉक्टर गौरव गुप्ता उन्हों का इलाज कर रहे हैं। पंत इस समय होश विच ने ते गल कर रहे हैं। उत्तराखंड के मुख्यमंत्री धामी ने पंत के इलाज का पूरा खर्च चुकने का ऐलान किया है। नाल ही उन्होंने हर तरह की मदद देने की भी गल कही है। घटना बारे दसदे हुए हरिद्वार के SSP अजय सिंह ने कहा कि मंगलौर विच पंत का एक्सीडेंट होया। सवेरे 5:30 बजे उन्होंने कार डिवाइडर नाल जा टकराई। उन्होंने रुड़की के सक्षम हस्पताल लिजाया गया, जिस तो बाद उन्होंने देहरादून के मैक्सन हस्पताल भेज दिता गया। सरकारी अधिकारियों ने अज कहा कि राहुल गांधी लिए निर्धारित दिशा निर्देश तहत सुरक्षा के पूरे इंतजाम किए गए सन, पर उन्होंने खुद 2020 तो हुण तक 113 बार सुरक्षा प्रोटोकॉल की उलंघना की है। कांग्रेस ने एक दिन पहला ही कौमी राजधानी में भारत जोड़ो यात्रा दौरान कथित तौर पर सुरक्षा की उलंघना का दोष लाया सी। कांग्रेस के केंद्रीय गृह मंत्री अमित शाह ने बीते दिन लिखे पत्र में राहुल गांधी की सुरक्षा में सन लगन का दावा करदे यात्रा में हिस्सा लैण वाले गांधी ते होर लोगों की सुरक्षा यकीनी बनाने लई तुरंत कदम चुकने की अपील की सी। अधिकारियों ने कहा दिशा निर्देश तहत राहुल गांधी सुरक्षा के पूरे बंदोबस्त किए गए सन। कांग्रेस के दोष खारिज करदियां अधिकारियों ने कहा कि सुरक्षा तां ही कारगर हुंदी है जदों संबंधित धिर निर्धारित दिशा निर्देश का पालन करे। अधिकारियों ने दोष लाया कि कई मौकों पर राहुल गांधी ने खुद निर्धारित दिशा निर्देश की उलंघना की अते इस बारे उन्होंने समय समय पर जाणू भी करवाया गया। उन्होंने कहा कि राहुल ने 2020 तो सुरक्षा संबंधी हदायतों की 113 बार उलंघना की अते उन्होंने इस दी जानकारी दी गई।
ਅਧਿਕਾਰੀਆਂ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੀ ਦਿੱਲੀ ਪੜਾਅ ਦੌਰਾਨ ਰਾਹੁਲ ਗਾਂਧੀ ਨੇ ਸੁਰੱਖਿਆ ਹਦਾਇਤਾਂ ਦੀ ਉਲੰਘਣਾ ਕੀਤੀ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਜੋ ਉਹਨਾਂ ਨੂੰ Z+ ਸੁਰੱਖਿਆ ਮੁਹੱਈਆ ਕਰਦੀ ਹੈ, ਇਸ ਮਾਮਲੇ ਨੂੰ ਵੱਖਰੇ ਤੌਰ ਤੇ ਚੁੱਕੇਗੀ। ਭਾਰਤ ਜੋੜੋ ਯਾਤਰਾ ਵਿਚਾਲੇ ਕਾਂਗਰਸ ਨੂੰ ਜ਼ੋਰਦਾਰ ਝਟਕਾ ਲੱਗਾ ਹੈ। ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਵਿੱਚ ਸਥਿਤ ਬੈਰੀਆ ਖੇਤਰ ਦੇ ਕਾਂਗਰਸੀ ਅਹੁਦੇਦਾਰਾਂ ਸਮੇਤ 52 ਨੇਤਾਵਾਂ ਨੇ ਕਾਂਗਰਸ ਦੀ ਮੁੱਢਲੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਸੂਬਾ ਕਾਂਗਰਸ ਕਮੇਟੀ ਦੇ ਸਾਬਕਾ ਮੈਂਬਰ CB ਮਿਸ਼ਰਾ ਨੇ ਜ਼ਿਲ੍ਹੇ ਦੇ ਬੈਰੀਆ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਸਮੇਤ ਕਾਂਗਰਸ ਦੇ 52 ਅਹੁਦੇਦਾਰਾਂ ਨੇ ਬੁੱਧਵਾਰ ਨੂੰ ਕਾਂਗਰਸ ਦੀ ਮੁੱਢਲੀ ਮੈਂਬਰੀ ਤੋਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਆਪਣੇ ਇਸ ਫੈਸਲੇ ਦੀ ਜਾਣਕਾਰੀ ਬੁੱਧਵਾਰ ਨੂੰ ਪਾਰਟੀ ਦੇ ਸੂਬਾ ਪ੍ਰਧਾਨ ਨੂੰ ਦਿੱਤੀ। ਅਸਤੀਫਾ ਦੇਣ ਵਾਲਿਆਂ ਵਿੱਚ ਕਾਂਗਰਸ ਦੇ ਜ਼ਿਲ੍ਹਾ ਸਕੱਤਰ ਦਵੇ ਰਣਜੀਤ ਪਾਠਕ ਤੇ ਰਜਨੀਕਾਂਤ ਤਿਵਾੜੀ, ਪਾਰਟੀ ਤੇ ਮੁਰਲੀ ਛਪਰਾ ਬਲਾਕ ਦੇ ਪ੍ਰਧਾਨ ਡਾਕਟਰ ਵਿਸ਼ਵਕਰਮਾ ਸ਼ਰਮਾ ਤੇ ਬੈਰੀਆ ਦੇ ਨਗਰ ਪ੍ਰਧਾਨ ਸੰਤੋਸ਼ ਕੁਮਾਰ ਸਿੰਘ ਸ਼ਾਮਿਲ ਨੇ। ਮਿਸ਼ਰਾ ਨੇ ਦੱਸਿਆ ਕਿ ਸੈਂਟਰਲ ਬੈਂਕ ਦੇ ਰੀਜਨਲ ਮੈਨੇਜਰ ਅਹੁਦੇ ਤੋਂ ਸੇਵਾ ਮੁਕਤ ਹੋਣ ਪਿੱਛੋਂ ਅਸੀਂ 10 ਸਾਲ ਪਹਿਲਾਂ ਕਾਂਗਰਸ ਦੀ ਮੈਂਬਰੀ ਲਈ ਸੀ। ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਵਿੱਚ ਸਮਰਪਿਤ ਤੇ ਵਫਾਦਾਰ ਲੋਕਾਂ ਨੂੰ ਲਗਾਤਾਰ ਅਣਡਿੱਠ ਕੀਤਾ ਜਾ ਰਿਹਾ ਹੈ। ਉਹਨਾਂ ਦਾਅਵਾ ਕੀਤਾ ਕਿ ਅਸੀਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਤੱਕ ਆਪਣੀ ਗੱਲ ਰੱਖੀ, ਪਰ ਸਾਡੀਆਂ ਗੱਲਾਂ ਲਗਾਤਾਰ ਅਣਸੁਣੀਆਂ ਕੀਤੀਆਂ ਗਈਆਂ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਸੂਬੇ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ। ਸੂਬੇ ਵਿੱਚ ਡਰ ਦਾ ਮਾਹੌਲ ਹੈ ਕਿਉਂਕਿ ਇੱਥੇ ਰੋਜ਼ਾਨਾ ਕਤਲ ਹੋ ਰਹੇ ਨੇ। ਉਹ ਇੱਥੇ ਭਾਜਪਾ ਦੇ ਨਵੇਂ ਜ਼ਿਲ੍ਹੇ ਪ੍ਰਧਾਨ ਡਾਕਟਰ ਹਰਵਿੰਦਰ ਸਿੰਘ ਸੰਧੂ ਦੇ ਅਹੁਦਾ ਸੰਭਾਲਣ ਦੀ ਰਸਮ ਵਿੱਚ ਸ਼ਾਮਿਲ ਹੋਣ ਲਈ ਆਏ ਸਨ। ਭਾਜਪਾ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਵੇਲੇ ਸੂਬੇ ਨੂੰ 1980 ਦੇ ਦੌਰ ਵੱਲ ਧੱਕਿਆ ਜਾ ਰਿਹਾ ਹੈ। ਪੰਜਾਬ ਔਖੇ ਦੌਰ ਵਿੱਚੋਂ ਲੰਘ ਰਿਹਾ ਹੈ। ਉਹਨਾਂ ਕਿਹਾ ਕਿ ਭਾਜਪਾ ਦਾ ਮੁੱਖ ਉਦੇਸ਼ ਆਗਾਮੀ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਦਾ ਅੰਮ੍ਰਿਤਸਰ ਵਿੱਚ ਮੇਅਰ ਬਣਾਉਣਾ ਹੈ। ਉਹਨਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵੀ ਸਿਰ ਤੇ ਨੇ ਅਤੇ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਦੇ ਲਾਰਿਆਂ ਬਾਰੇ ਜਾਣ ਚੁੱਕੇ ਨੇ, ਇਸ ਲਈ ਆਉਣ ਵਾਲੇ ਸਮੇਂ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨੀ ਯਕੀਨੀ ਹੈ। ਇਸ ਦੌਰਾਨ ਭਾਜਪਾ ਅੰਮ੍ਰਿਤਸਰ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਵਿੰਦਰ ਸੰਧੂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਜ਼ਿਲ੍ਹਾ ਭਾਜਪਾ ਦਫ਼ਤਰ ਪੁੱਜਣ ਤੇ ਅਸ਼ਵਨੀ ਸ਼ਰਮਾ ਦਾ ਢੋਲ, ਭੰਗੜੇ ਅਤੇ ਆਤਿਸ਼ਬਾਜ਼ੀ ਨਾਲ ਸਵਾਗਤ ਕੀਤਾ ਗਿਆ। ਉਹਨਾਂ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਨੂੰ ਵਧਾਈ ਦਿੱਤੀ। ਲੋਕ ਨਿਰਮਾਣ ਵਿਭਾਗ PWD ਦੀ ਸਿੰਚਾਈ ਬ੍ਰਾਂਚ ਨਹਿਰੀ ਪਾਣੀ ਦੀ ਵਰਤੋਂ ਕਰਨ ਲਈ ਕਿਸਾਨਾਂ ਅਤੇ ਹੋਰਨਾਂ ਤੋਂ ਪਾਣੀ ਦੇ ਉਪਭੋਗਤਾ ਖਰਚੇ ਵਜੋਂ 700 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕਰਨ ਵਿੱਚ ਅਸਫਲ ਰਹੀ। ਸਿਰਫ ਕਿਸਾਨ ਹੀ ਨਹੀਂ ਸਗੋਂ ਨਹਿਰੀ ਪਾਣੀ ਦੀ ਵਰਤੋਂ ਕਰਨ ਵਾਲਿਆਂ ਨਿੱਜੀ ਫਰਮਾਂ ਅਤੇ ਕੰਪਨੀਆਂ ਤੋਂ ਵੀ ਇਹ ਖਰਚੇ ਵਸੂਲ ਨਹੀਂ ਕੀਤੇ ਗਏ। ਕੈਗ ਵੱਲੋਂ PWD ਦੇ ਜਲ ਸਰੋਤ ਵਿੰਗ ਦੀ ਸਾਲਾਨਾ ਸਮੀਖਿਆ ਤੋਂ ਪਤਾ ਲੱਗਾ ਕਿ 675.37 ਕਰੋੜ ਰੁਪਏ ਕਿਸਾਨਾਂ ਤੋਂ ਵਸੂਲੇ ਜਾ ਸਕਦੇ ਨੇ, ਜਦੋਂ ਕਿ 40.48 ਕਰੋੜ ਰੁਪਏ ਨਿੱਜੀ ਫਰਮਾਂ ਅਤੇ ਕੰਪਨੀਆਂ ਤੋਂ ਵਸੂਲੇ ਜਾ ਸਕਦੇ ਨੇ। ਸਾਲ 2014 ਵਿੱਚ ਪੰਜਾਬ ਸਰਕਾਰ ਨੇ ਪ੍ਰਤੀ ਏਕੜ 50 ਰੁਪਏ ਦੀ ਦਰ ਨਾਲ ਪਾਣੀ ਸੈਸ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਪਹਿਲਾਂ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਦਾ ਇਸਤੇਮਾਲ ਕਰਨ ਲਈ ਇੱਕ ਸਾਲ ਵਿੱਚ ਹਰ ਫਸਲ ਲਈ 75 ਰੁਪਏ ਅਤੇ 2 ਫਸਲਾਂ ਲਈ 150 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ। ਇਹ ਫੈਸਲਾ ਰਸਬਾਈਆਂ ਦੀ ਸਾਂਭ ਸੰਭਾਲ ਅਤੇ ਸਫਾਈ ਲਈ ਗਿਆ ਸੀ। ਇਸ ਮੰਤਵ ਲਈ 200 ਕਰੋੜ ਰੁਪਏ ਸਾਲਾਨਾ ਜੁਟਾਏ ਜਾਣ ਦੀ ਉਮੀਦ ਸੀ। ਹੁਣ ਕੈਗ ਨੇ 27 PWD ਸਿੰਚਾਈ ਯੂਨਿਟਾਂ ਦਾ ਆਡਿਟ ਕੀਤਾ ਹੈ। ਨਹਿਰੀ ਡਿਵੀਜ਼ਨ ਬਠਿੰਡਾ ਵੱਲੋਂ ਸਭ ਤੋਂ ਵੱਧ 44 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ, ਜਿਸ ਤੋਂ ਬਾਅਦ ਅਬੋਹਰ ਕੈਨਾਲ ਡਿਵੀਜ਼ਨ ਵਿੱਚ 43 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਬਾਦਲ ਪਰਿਵਾਰ ਦੀਆਂ ਬੱਸਾਂ ਨਾਲ ਜੋੜਿਆ ਗਿਆ ਸੀ, ਪਰ ਸਰਕਾਰ ਦੇ ਐਲਾਨ ਤੋਂ 2 ਹਫ਼ਤੇ ਬਾਅਦ ਵੀ ਚੰਡੀਗੜ੍ਹ ਦੇ ਰੂਟਾਂ ਤੇ ਨਿੱਜੀ ਬੱਸਾਂ ਆਪਰੇਟਰਾਂ ਦਾ ਦਬਦਬਾ ਪਹਿਲਾਂ ਵਾਂਗ ਕਾਇਮ ਹੈ ਤੇ ਨਿੱਜੀ ਬੱਸ ਕੰਪਨੀਆਂ ਦੀਆਂ ਬੱਸਾਂ ਪਹਿਲਾਂ ਦੀ ਤਰ੍ਹਾਂ ਹੀ ਚੰਡੀਗੜ੍ਹ ਦੇ ਸੈਕਟਰ 43 ਬੱਸ ਅੱਡੇ ਵਿੱਚ ਦਾਖਲ ਹੋ ਰਹੀਆਂ ਨੇ। ਨਿੱਜੀ ਬੱਸ ਕੰਪਨੀਆਂ ਦੀਆਂ ਬੱਸਾਂ ਦਾ ਚੰਡੀਗੜ੍ਹ ਤੋਂ ਪਠਾਨਕੋਟ, ਅੰਮ੍ਰਿਤਸਰ, ਬਠਿੰਡਾ, ਫਾਜ਼ਿਲਕਾ ਵਰਗੇ ਵੱਡੇ ਰੂਟਾਂ ਤੇ ਪੂਰਾ ਕਬਜ਼ਾ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਜਲੰਧਰ, ਲੁਧਿਆਣਾ, ਅਬੋਹਰ ਅਤੇ ਸੂਬੇ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਨਿੱਜੀ ਕੰਪਨੀ ਦੀਆਂ ਬੱਸਾਂ ਪੁੱਜ ਰਹੀਆਂ ਨੇ। ਚੰਡੀਗੜ੍ਹ ਦੇ ਸੈਕਟਰ 43 ਬੱਸ ਅੱਡੇ ਤੇ ਲੱਗੀ ਬੱਸ ਦੀ ਸਮਾਂ ਸਾਰਣੀ ਵਿੱਚ ਵੀ ਪਹਿਲਾਂ ਵਾਂਗ ਹੀ ਨਿੱਜੀ ਬੱਸ ਕੰਪਨੀਆਂ ਦੀਆਂ ਬੱਸਾਂ ਦਾ ਸਮਾਂ ਦਿੱਤਾ ਗਿਆ ਹੈ। ਮੌਜੂਦਾ ਸਰਕਾਰ ਨੇ ਐਲਾਨ ਤਾਂ ਵੱਡੇ ਕੀਤੇ ਸਨ, ਪਰ ਇਸ ਦੀ ਜ਼ਮੀਨੀ ਹਕੀਕਤ ਕੁਝ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 13 ਦਸੰਬਰ ਨੂੰ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਨੇ ਪੰਜਾਬ ਟਰਾਂਸਪੋਰਟ ਸਕੀਮ 2018 ਵਿੱਚ ਸੋਧ ਕਰ ਦਿੱਤੀ ਹੈ, ਜਿਸ ਤਹਿਤ ਹੁਣ 100% ਦੀ ਹਿੱਸੇਦਾਰੀ ਨਾਲ ਸਿਰਫ ਸੂਬਾ ਸਰਕਾਰ ਦੀਆਂ ਬੱਸਾਂ ਹੀ ਚੰਡੀਗੜ੍ਹ ਵਿੱਚ ਦਾਖਲ ਹੋਣਗੀਆਂ।
ਉਹਨਾਂ ਐਲਾਨ ਕੀਤਾ ਸੀ ਕਿ ਅੰਤਰਰਾਜੀ ਰੂਟਾਂ ਤੇ 39 ਜਾਂ ਇਸ ਤੋਂ ਵੱਧ ਸਵਾਰੀਆਂ ਦੀਆਂ ਸਮਰੱਥਾ ਵਾਲੀਆਂ 에ਅਰ ਕੰਡੀਸ਼ਨਡ ਬੱਸਾਂ ਸਿਰਫ ਸਟੇਟ ਟਰਾਂਸਪੋਰਟ ਅੰਡਰਟੇਕਿੰਗਸ ਵੱਲੋਂ ਹੀ ਚਲਾਈਆਂ ਜਾ ਸਕਣਗੀਆਂ। ਉਸ ਸਮੇਂ ਟਰਾਂਸਪੋਰਟ ਮੰਤਰੀ ਨੇ ਦੋਸ਼ ਲਗਾਇਆ ਸੀ ਕਿ ਬਾਦਲ ਪਰਿਵਾਰ ਆਪਣੇ ਨਿੱਜੀ ਹਿੱਤਾਂ ਲਈ ਮਨਮਰਜ਼ੀ ਦੀਆਂ ਸਕੀਮਾਂ ਬਣਾਉਂਦਾ ਰਿਹਾ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਦਾਖਲ ਹੋਣ ਲਈ ਨਿੱਜੀ ਬੱਸ ਕੰਪਨੀਆਂ ਦੀਆਂ 73 ਬੱਸਾਂ ਨੂੰ ਪਰਮਿਟ ਦਿੱਤੇ ਗਏ ਨੇ, ਜੋ ਕਿ ਪਹਿਲਾਂ ਵਾਂਗ ਆ ਜਾ ਰਹੀਆਂ ਨੇ। ਇਹ ਪਰਮਿਟ ਆਰਬਿਟ, ਲਿਬੜਾ, ਤਾਜ, ਜੁਝਾਰ, ਕਰਤਾਰ ਅਤੇ ਹੋਰ ਕਈ ਕੰਪਨੀਆਂ ਕੋਲ ਨੇ। ਚੰਡੀਗੜ੍ਹ ਦੇ ਗ੍ਰਹਿ ਤੇ ਟਰਾਂਸਪੋਰਟ ਸਕੱਤਰ ਨਿਤਿਨ ਯਾਦਵ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਨਿੱਜੀ ਬੱਸ ਆਪਰੇਟਰਾਂ ਦੀਆਂ ਬੱਸਾਂ ਬੰਦ ਕਰਨ ਦਾ ਫੈਸਲਾ ਪੰਜਾਬ ਸਰਕਾਰ ਦਾ ਹੈ। ਉਹਨਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਸੈਕਟਰ 43 ਬੱਸ ਅੱਡੇ ਤੇ ਸਿਰਫ ਥਾਂ ਮੁਹੱਈਆ ਕਰਵਾਈ ਜਾਂਦੀ ਹੈ। ਪੰਜਾਬ ਸਰਕਾਰ ਬਦਲਵੀਆਂ ਬੱਸਾਂ ਦੀ ਸੂਚੀ ਮੁਹੱਈਆ ਕਰਵਾਵੇ ਤਾਂ ਉਹ ਉਹਨਾਂ ਬੱਸਾਂ ਨੂੰ ਥਾਂ ਦੇ ਦੇਣਗੇ। ਪੱਛਮੀ ਬੰਗਾਲ ਵਿੱਚ ਹੁਗਲੀ ਨਦੀ ਦੇ ਪਾਰ 120 ਕਰੋੜ ਰੁਪਏ ਦੀ ਲਾਗਤ ਨਾਲ ਪੂਰਬੀ ਪੱਛਮੀ ਮੈਟਰੋ ਕੋਰੀਡੋਰ ਦੇ ਤਹਿਤ ਭਾਰਤ ਦੀ ਪਹਿਲੀ ਪਾਣੀ ਦੇ ਅੰਦਰ ਬਣੀ ਸੁਰੰਗ ਯਾਤਰੀਆਂ ਲਈ ਇੱਕ ਸ਼ਾਨਦਾਰ ਤਜਰਬਾ ਹੋਵੇਗੀ, ਕਿਉਂਕਿ ਇਸ ਸੁਰੰਗ ਦੇ 520 ਮੀਟਰ ਲੰਬੀ ਦੂਰੀ ਨੂੰ 45 ਸਕਿੰਟਾਂ ਵਿੱਚ ਪਾਰ ਕਰ ਲੈਣਗੀਆਂ। ਯੂਰੋਸਟਾਰ ਦੇ ਲੰਡਨ ਪੈਰਿਸ ਕੋਰੀਡੋਰ ਦਾ ਇਹ ਭਾਰਤੀ ਸੰਸਕਰਣ ਇਹ ਸੁਰੰਗ ਨਦੀ ਦੇ ਬੈੱਡ ਤੋਂ 13 ਮੀਟਰ ਹੇਠਾਂ ਅਤੇ ਜ਼ਮੀਨ ਤੋਂ 33 ਮੀਟਰ ਹੇਠਾਂ 520 ਮੀਟਰ ਲੰਬੀ ਸੁਰੰਗ ਕੋਲਕਾਤਾ ਦੇ ਈਸਟ ਵੈਸਟ ਮੈਟਰੋ ਕੋਰੀਡੋਰ ਦਾ ਹਿੱਸਾ ਹੈ, ਜੋ ਕਿ ਆਈਟੀ ਕੇਂਦਰ ਸਾਲਟ ਲੇਕ ਸੈਕਟਰ 5 ਤੋਂ ਨਦੀ ਦੇ ਪਾਰ ਪੱਛਮੀ ਵਿੱਚ ਪੂਰਬੀ ਹਾਵੜਾ ਮੈਦਾਨ ਨੂੰ ਜੋੜਦੀ ਹੈ। ਸੁਰੰਗ ਦਾ ਨਿਰਮਾਣ ਪੂਰਾ ਹੋ ਗਿਆ ਅਤੇ ਐਸਪਲੇਨੇਡ ਅਤੇ ਸਿਆਲਦਹ ਦਰਮਿਆਨ 2.5 ਕਿਲੋਮੀਟਰ ਦੇ ਹਿੱਸੇ ਦੇ ਪੂਰਾ ਹੋਣ ਤੋਂ ਬਾਅਦ ਦਸੰਬਰ 2023 ਵਿੱਚ ਇਸ ਕੋਰੀਡੋਰ ਦੇ ਚਾਲੂ ਹੋਣ ਦੀ ਸੰਭਾਵਨਾ ਹੈ। ਕੋਲਕਾਤਾ ਮੈਟਰੋ ਰੇਲ ਕਾਰਪੋਰੇਸ਼ਨ ਦੇ ਮਹਾਪ੍ਰਬੰਧਕ ਸਿਵਲ ਸ਼ੈਲੇਸ਼ ਕੁਮਾਰ ਨੇ ਕਿਹਾ, ਪੂਰਬ ਪੱਛਮੀ ਕੋਰੀਡੋਰ ਲਈ ਸੁਰੰਗ ਜ਼ਰੂਰੀ ਅਤੇ ਇਹ ਮਹੱਤਵਪੂਰਨ ਸੀ। ਰਿਹਾਇਸ਼ੀ ਖੇਤਰਾਂ ਅਤੇ ਹੋਰ ਤਕਨੀਕੀ ਮੁੱਦਿਆਂ ਕਾਰਨ ਨਦੀ ਤੋਂ ਮਾਰਗ ਕੱਢਣਾ ਹੀ ਇੱਕਮਾਤਰ ਸੰਭਵ ਤਰੀਕਾ ਸੀ। ਉਹਨਾਂ ਕਿਹਾ, ਹਾਵੜਾ ਅਤੇ ਸਿਆਲਦਾ ਦਰਮਿਆਨ ਇਹ ਮੈਟਰੋ ਮਾਰਗ ਸੜਕ ਮਾਰਗ ਤੋਂ 1.5 ਘੰਟੇ ਦੇ ਮੁਕਾਬਲੇ 40 ਮਿੰਟ ਰਹਿ ਜਾਂਦਾ ਹੈ। ਇਹ ਦੋਵੇਂ ਸੀਰੀਆ ਦੇ ਭੀੜ ਨੂੰ ਵੀ ਘੱਟ ਕਰੇਗਾ। ਉਹਨਾਂ ਕਿਹਾ ਕਿ ਸੁਰੰਗ ਪਾਰ ਕਰਨ ਵਿੱਚ 45 ਸੈਕਿੰਡ ਦਾ ਸਮਾਂ ਲੱਗੇਗਾ। ਸੁਰੰਗ ਵਿੱਚ ਪਾਣੀ ਦੇ ਪ੍ਰਵਾਹ ਅਤੇ ਰਿਸਾਅ ਰੋਕਣ ਲਈ ਕਈ ਸੁਰੱਖਿਆਤਮਕ ਉਪਾਅ ਕੀਤੇ ਗਏ ਨੇ। ਜਲ ਨੂੰ ਪ੍ਰਵੇਸ਼ ਕਰਨ ਤੋਂ ਰੋਕਣ ਲਈ ਇਨ੍ਹਾਂ ਭਾਗਾਂ ਵਿੱਚ ਫਲਾਈ ਐਸ਼ ਅਤੇ ਮਾਈਕਰੋ ਸਿਲਿਕਾ ਨਾਲ ਬਣੇ ਕੰਕਰੀਟ ਮਿਸ਼ਰਣ ਦਾ ਉਪਯੋਗ ਕੀਤਾ ਗਿਆ ਹੈ। ਨਵੇਂ ਸਾਲ ਦੀ ਆਮਦ ਤੇ ਪੰਜਾਬ ਦੇ ਵਿੱਚ ਠੰਡ ਹੋਰ ਜ਼ੋਰ ਫੜ ਸਕਦੀ ਹੈ। ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਕਾਰਨ ਬੀਤੇ ਦਿਨੀ ਪਏ ਮੀਂਹ ਤੋਂ ਬਾਅਦ ਅੱਜ ਜ਼ਿਆਦਾਤਰ ਸ਼ਹਿਰਾਂ ਵਿੱਚ ਧੁੱਪ ਨਿਕਲਣ ਨਾਲ ਲੋਕਾਂ ਨੇ ਠੰਡ ਤੋਂ ਕੁਝ ਰਾਹਤ ਮਹਿਸੂਸ ਕੀਤੀ, ਪਰ ਆਉਂਦੇ ਦਿਨਾਂ ਵਿੱਚ ਠੰਡ ਆਪਣਾ ਅਸਲ ਰੰਗ ਵਿਖਾਉਣ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ ਬੀਤੇ 24 ਘੰਟਿਆਂ ਵਿੱਚ ਪੰਜਾਬ ਵਿੱਚ 16 ਜ਼ਿਲ੍ਹਿਆਂ ਵਿੱਚ ਮੀਂਹ ਦਰਜ ਕੀਤਾ ਗਿਆ, ਪਰ ਇਹ ਰਾਹਤ ਸਿਰਫ ਅੱਜ ਲਈ ਹੈ। 31 ਦਸੰਬਰ ਤੋਂ ਮਾਝਾ ਅਤੇ ਦੁਆਬਾ ਮੁੜ ਸੰਘਣੀ ਧੁੰਦ ਦੀ ਲਪੇਟ ਵਿੱਚ ਆ ਜਾਣਗੇ। ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਜ਼ਿਆਦਾਤਰ ਸ਼ਹਿਰ ਮੁੜ ਧੁੰਦ ਦੀ ਚਪੇਟ ਵਿੱਚ ਆਣਗੇ। ਇੰਨਾ ਹੀ ਨਹੀਂ, ਪਹਾੜਾਂ ਵਿੱਚ ਤਾਜ਼ੀ ਬਰਫ਼ਬਾਰੀ ਹੋਵੇਗੀ, ਜਿਸ ਦਾ ਅਸਰ ਵੀ ਪੰਜਾਬ ਵਿੱਚ ਦੇਖਣ ਨੂੰ ਮਿਲੇਗਾ। 31 ਦਸੰਬਰ ਤੋਂ ਬਾਅਦ ਧੁੰਦ ਦੇ ਨਾਲ ਠੰਡ ਵੀ ਹੋਰ ਜ਼ੋਰ ਫੜੇਗੀ ਅਤੇ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਮੌਸਮ ਵਿਭਾਗ ਮੁਤਾਬਿਕ ਮਾਝਾ ਅਤੇ ਦੁਆਬਾ ਨੂੰ ਯੈਲੋ ਕੈਟਾਗਰੀ ਵਿੱਚ ਰੱਖਿਆ ਗਿਆ ਹੈ। 31 ਦਸੰਬਰ ਨੂੰ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਜਲੰਧਰ ਅਤੇ ਕਪੂਰਥਲਾ ਦੇ ਇਲਾਕਿਆਂ ਵਿੱਚ ਸੰਘਣੀ ਧੁੰਦ ਪਵੇਗੀ। ਉੱਥੇ ਹੀ 1 ਦਸੰਬਰ ਤੋਂ ਇੱਥੇ ਸ਼ੀਤ ਲਹਿਰ ਚੱਲਣ ਦੀ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਇੱਥੇ ਤਾਪਮਾਨ 1 ਡਿਗਰੀ ਦੇ ਕਰੀਬ ਪਹੁੰਚ ਸਕਦਾ ਹੈ। ਇੱਥੇ ਇਹ ਖਾਸ ਤੌਰ ਤੇ ਦੱਸਣਯੋਗ ਹੈ ਕਿ ਮਾਝਾ ਦੁਆਬਾ ਦੇ ਲਗਭਗ ਸਾਰੇ ਇਲਾਕਿਆਂ ਵਿੱਚ ਅਤੇ ਮਾਲਵੇ ਦੇ ਕੁਝ ਇਲਾਕਿਆਂ ਵਿੱਚ ਮੀਂਹ ਪਿਆ ਹੈ। ਅੰਮ੍ਰਿਤਸਰ, ਜਲੰਧਰ ਜਿੱਥੇ 1 mm ਬਾਰਿਸ਼ ਦਰਜ ਕੀਤੀ ਗਈ ਹੈ, ਉੱਥੇ ਹੀ ਲੁਧਿਆਣਾ ਵਿੱਚ 5 mm ਬਾਰਿਸ਼ ਹੋਈ ਹੈ। ਪਠਾਨਕੋਟ ਵਿੱਚ ਸਭ ਤੋਂ ਵੱਧ 4 mm ਮੀਂਹ ਦਰਜ ਕੀਤਾ ਗਿਆ ਹੈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।